ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਦੂਜੀ ਪੌੜੀ ਵਿੱਚ ਹੁਕਮ ਬਾਰੇ ਵਿਚਾਰ ਹੈ। ਜਿਵੇਂ ਕਿ ਪਹਿਲੀ ਪੌੜੀ ਅੰਦਰ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਜੇ ਸੱਚੇ ਬਣਨਾ ਹੈ ਤਾਂ ਕੂੜ ਦੀ ਕੰਧ ਮਨ ਅੰਦਰੋਂ ਦੂਰ ਕਰਨੀ ਪਏਗੀ ਅਤੇ ਇਹ ਕੰਧ ਰੱਬੀ ਹੁਕਮ ਵਿੱਚ ਚੱਲਿਆ ਹੀ ਦੂਰ ਹੁੰਦੀ ਹੈ। ਤਾਂ ਇਸ ਤੋਂ ਬਾਅਦ ਜੋ ਦੂਜੀ ਪੌੜੀ ਹੈ ਉਸ ਅੰਦਰ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਹੁਕਮ ਅੰਦਰ ਕੀ ਕੁਝ ਹੁੰਦਾ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਭਾਵ ਕਿ ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਉਸਨੇ ਆਪਣੇ ਆਪ ਤੋਂ ਕਈ ਆਕਾਰ ਬਣਾ ਦਿੱਤੇ, ਕਈ ਜਗਤ ਬਣਾ ਦਿੱਤੇ, ਕਈ ਸਰੀਰ ਬਣਾ ਦਿੱਤੇ, ਕਈ ਜੀਵ ਬਣਾ ਦਿੱਤੇ, ਕਈ ਤਰ੍ਹਾਂ ਦੀਆਂ ਗੈਸਾਂ ਹਵਾਵਾਂ ਤੇ ਪਤਾ ਨਹੀਂ ਕੀ ਕੁਝ ਬਣਾ ਦਿੱਤਾ। ਇਨਸਾਨ ਅਜੇ ਸਿਰਫ ਉਨਾ ਹੀ ਜਾਣ ਸਕਿਆ ਹੈ ਜਿੰਨਾ ਉਸਨੇ ਦੇਖਿਆ ਹੈ, ਪਰ ਜੋ ਅੱਖਾਂ ਤੋਂ ਦੂਰ ਹੈ ਉੱਥੇ ਕੀ ਕੁਝ ਹੈ ਉਹਨਾਂ ਬਾਰੇ ਅਜੇ ਕੋਈ ਗਿਆਨ ਨਹੀਂ। ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਸਾਰੇ ਸਰੀਰ ਬਣਦੇ ਹਨ, ਪਰ ਹੁਕਮ ਦੱਸਿਆ ਨਹੀਂ ਜਾ ਸਕਦਾ। ਕਹਿਣਾ ਵੀ ਚਾਹੀਏ ਤਾਂ ਕਿਹਾ ਨਹੀਂ ਜਾ ਸਕਦਾ, ਕਿਉਂਕਿ ਹੁਕਮ ਦਾ ਕੋਈ ਅੰਤ ਨਹੀਂ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੁਕਮ ਹੈ ਤਾਂ ਹਰ ਜਗ੍ਹਾ, ਪਰ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਤੋਂ ਬਾਅਦ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਗੁਰੂ ਪਿਆਰਿਓ, ਇਹ ਦੁਨੀਆ ਅਕਾਲ ਪੁਰਖ ਦੀ ਰਚਾਈ ਹੋਈ ਹੈ ਅਤੇ ਇਸ ਨੂੰ ਚਲਾਉਣ ਲਈ ਇਸ ਜਗਤ ਅੰਦਰ ਹੁਕਮ ਰੂਪੀ ਨਿਯਮ ਲਾ ਦਿੱਤਾ ਹੈ। ਨਾ ਸਿਰਫ ਇਹ ਧਰਤੀ ਬਲਕਿ ਹਰੇਕ ਧਰਤੀ ਗ੍ਰਹਿ ਸਾਰੇ ਜੀਵ ਇਸ ਦੇ ਅੰਦਰ ਆਉਂਦੇ ਹਨ, ਕੋਈ ਇਸ ਤੋਂ ਬਾਹਰ ਨਹੀਂ ਹੈ। ਇਸ ਲਈ ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਪੈਦਾ ਹੋ ਰਹੇ ਹਨ ਅਤੇ ਹੁਕਮ ਅਨੁਸਾਰ ਹੀ ਵਡਿਆਈ ਵੀ ਮਿਲ ਰਹੀ ਹੈ। ਕਹਿਣ ਤੋਂ ਭਾਵ ਕਿ ਜੇ ਕਿਸੇ ਦੀ ਵਡਿਆਈ ਹੋ ਰਹੀ ਹੈ ਤਾਂ ਇਹ ਵੀ ਉਸ ਦੇ ਹੁਕਮ ਦੇ ਅੰਦਰ ਹੀ ਹੈ। ਪਰ ਜਦ ਸਾਡੇ ਪੱਲੇ ਸਮਝ ਨਾ ਹੋਵੇ, ਹੁਕਮ ਦੀ ਸੋਝੀ ਨਾ ਹੋਵੇ, ਤਾਂ ਸਾਨੂੰ ਇੰਜ ਲੱਗਦਾ ਹੈ ਕਿ ਮੈਨੂੰ ਜੋ ਵਡਿਆਈ ਮਿਲੀ ਹੈ ਇਹ ਮੇਰੇ ਕਾਰਨ ਮਿਲੀ ਹੈ, ਅਤੇ ਇਹ ਨਾ ਸਮਝੀ ਹੀ, ਹੁਕਮ ਨੂੰ ਨਾ ਸਮਝਣਾ ਹੀ ਦੁੱਖਾਂ ਦਾ ਕਾਰਨ ਬਣਦਾ ਹੈ। ਮਨ ਨੂੰ ਵਿਕਾਰਾਂ ਅੰਦਰ ਇਹ ਫਸਾ ਦਿੰਦਾ ਹੈ। ਇਸ ਤੋਂ ਬਾਅਦ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਭਾਵ ਕਿ ਰੱਬੀ ਹੁਕਮ ਅਨੁਸਾਰ ਹੀ ਕੋਈ ਚੰਗਾ ਬਣ ਜਾਂਦਾ ਹੈ ਤੇ ਕੋਈ ਨੀਚ ਭਾਵ ਬੰਦਾ, ਅਤੇ ਹੁਕਮ ਅਨੁਸਾਰ ਹੀ ਦੁੱਖ ਸੁੱਖ ਜੀਵ ਭੋਗਦਾ ਹੈ। ਗੁਰੂ ਪਿਆਰਿਓ, ਜਦ ਸਾਡੇ ਕੋਲ ਸਮਝ ਨਾ ਹੋਵੇ ਤਾਂ ਸਾਨੂੰ ਲੱਗਦਾ ਹੈ ਕਿ ਚੰਗਾ ਹੋਣਾ ਤਾਂ ਠੀਕ ਹੈ, ਪਰ ਰੱਬ ਨੀਚ ਕਿਉਂ ਬਣਾਉਂਦਾ ਹੈ? ਸੁੱਖ ਮਿਲਣੇ ਇਹ ਤਾਂ ਠੀਕ ਹੈ, ਪਰ ਦੁੱਖ ਕਿਉਂ ਮਿਲ ਰਹੇ ਨੇ? ਸੋ ਇੱਥੇ ਗੱਲ ਇਹ ਨਹੀਂ ਕਿ ਜੀਵ ਨੂੰ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਮਿਲੇ, ਗੱਲ ਇਹ ਹੈ ਕਿ ਅਸੀਂ ਇਹਨਾਂ ਹਾਲਾਤਾਂ ਅੰਦਰ ਕਿਵੇਂ ਵਿਚਰ ਰਹੇ ਹਾਂ। ਜਿਵੇਂ ਕਿ ਅਸੀਂ ਭਗਤ ਸਾਹਿਬਾਨ ਦੇ ਇਤਿਹਾਸ ਪੜ੍ਹੇ ਹਨ, ਉਹਨਾਂ ਨੂੰ ਜਗਤ ਨੇ ਬਹੁਤ ਛੋਟੇ ਤੇ ਨੀਚ ਕਿਹਾ, ਅਤੇ ਜੇ ਦੁੱਖਾਂ ਦੀ ਗੱਲ ਕਰੀਏ ਤੇ ਦੁੱਖ ਤਾਂ ਪਤਾ ਨਹੀਂ ਕਿੰਨੇ ਉਹਨਾਂ ਤੇ ਆਏ, ਪਰ ਉਹਨਾਂ ਦੁੱਖਾਂ ਨੂੰ ਦੁੱਖ ਨਹੀਂ ਜਾਣਿਆ ਬਲਕਿ ਉਸ ਦਾ ਹੁਕਮ ਜਾਣਿਆ। ਅਤੇ ਜਿਸ ਨੇ ਹੁਕਮ ਨੂੰ ਬੁੱਝ ਲਿਆ ਫਿਰ ਉਸ ਨੂੰ ਦੁੱਖ ਭੁੱਖ ਜਾਤ ਪਾਤ ਆਦਿ ਕੁਝ ਨਹੀਂ ਦਿਸਦਾ, ਸਿਰਫ ਅਕਾਲ ਪੁਰਖ ਦਿਸਦਾ ਹੈ, ਜਿਸ ਨਾਲ ਲੱਗ ਕੇ ਉਹ ਹਰ ਤਰ੍ਹਾਂ ਦੇ ਹਾਲਾਤ ਅੰਦਰ ਖਿੜਿਆ ਰਹਿੰਦਾ ਹੈ। ਅਤੇ ਦੂਜੇ ਪਾਸੇ ਅਸੀਂ ਹਾਂ ਜਿਨ੍ਹਾਂ ਕੋਲ ਨਾ ਗਿਆਨ ਹੈ ਨਾ ਹੁਕਮ ਦੀ ਸਮਝ ਹੈ, ਇਸ ਲਈ ਖਾਂਦੇ ਪੀਂਦੇ ਵੀ ਰੱਬ ਨੂੰ ਉਲਾਮੇ ਦਿੰਦੇ ਰਹਿੰਦੇ ਹਾਂ ਕਿ ਸਾਨੂੰ ਕਿੱਥੇ ਰੱਖਿਆ ਹੈ। ਪਰ ਜੇ ਗੌਰ ਨਾਲ ਦੇਖੀਏ ਤਾਂ ਜਿੱਥੇ ਰੱਖਿਆ ਉੱਥੇ ਹੋਣ ਦਾ ਵੀ ਕੋਈ ਨਾ ਕੋਈ ਕਾਰਨ ਹੁੰਦਾ ਹੀ ਹੈ। ਜਿਵੇਂ ਮੰਨ ਲਓ ਜਿੱਥੇ ਰੱਖਿਆ ਉੱਥੇ ਪਾਣੀ ਦੀ ਦਿੱਕਤ ਹੈ ਤੇ ਸਾਡਾ ਫਰਜ਼ ਹੈ ਪਾਣੀ ਨੂੰ ਕਿਸੇ ਤਰੀਕੇ ਨਾਲ ਲੈ ਕੇ ਆਉਣਾ, ਪਰ ਅਸੀਂ ਕੁਝ ਕਰਨ ਦੀ ਬਜਾਏ ਉਲਟਾ ਹੋਰਾਂ ਨੂੰ ਦੋਸ਼ ਦੇ ਦੇ ਕੇ ਸਮੱਸਿਆ ਹੋਰ ਵਧਾ ਦਿੰਦੇ ਹਾਂ ਅਤੇ ਮੁਸ਼ਕਲ ਦੇ ਕੇ ਆਪ ਹੀ ਉੱਥੋਂ ਉਹ ਥਾਂ ਨੂੰ ਛੱਡ ਕੇ ਚਲੇ ਜਾਂਦੇ ਹਾਂ। ਹਾਲਾਤਾਂ ਨਾਲ ਲੜਨ ਦੀ ਬਜਾਏ ਕਿਤੇ ਸਕੂਨ ਦੀ ਥਾਂ ਭਾਲਦੇ ਹਾਂ, ਪਰ ਸਕੂਨ ਸੇਵਾ ਕੀਤਾ ਹੀ ਮਿਲਦਾ ਹੈ, ਹੁਕਮ ਵਿੱਚ ਤੁਰਿਆ ਹੀ ਮਿਲਦਾ ਹੈ, ਉਸ ਤੋਂ ਭੱਜਿਆ ਨਹੀਂ। ਕਾਸ਼ ਅਸੀਂ ਇਹ ਜਾਣ ਸਕੀਏ ਕਿ ਇਸ ਜਗਤ ਅੰਦਰ ਅਕਾਲ ਪੁਰਖ ਦਾ ਹੁਕਮ ਕੰਮ ਕਰ ਰਿਹਾ ਹੈ। ਜੇ ਸਾਨੂੰ ਕਿਤੇ ਰੱਖਿਆ ਹੈ ਉੱਥੇ ਪੂਰੇ ਮਨ ਨਾਲ ਰਹੀਏ। ਇੱਥੇ ਹੀ ਬਸ ਨੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ। ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਕਈ ਜੀਆਂ ਨੂੰ ਹੁਕਮ ਅਨੁਸਾਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਅਤੇ ਕਈ ਜੀਵ ਹੁਕਮ ਅਨੁਸਾਰ ਸਦਾ ਆਵਾਗਾਉਣ ਦੇ ਚੱਕਰ ਵਿੱਚ ਫਿਰਾਏ ਜਾਂਦੇ ਹਨ। ਸੋ ਜਿਵੇਂ ਕਿ ਗੁਰੂ ਸਾਹਿਬ ਨੇ ਪਹਿਲਾਂ ਹੀ ਫਰਮਾਇਆ ਹੈ ਕਿ ਜੀਵ ਦਾ ਜਨਮ ਉਸ ਦੇ ਹੁਕਮ ਅੰਦਰ ਹੈ। ਹੁਕਮ ਹੁੰਦਾ ਹੈ ਤਾਂ ਜਨਮ ਹੁੰਦਾ ਹੈ, ਹੁਕਮ ਹੁੰਦਾ ਹੈ ਤਾਂ ਆਪਣੇ ਨਾਲ ਮਿਲਾ ਵੀ ਲੈਂਦਾ ਹੈ, ਹੁਕਮ ਹੁੰਦਾ ਹੈ ਤਾਂ ਵੱਖ ਕਰ ਦਿੰਦਾ ਹੈ, ਹੁਕਮ ਹੈ ਤਾਂ ਬਖਸ਼ਿਸ਼ ਹੋ ਰਹੀ ਹੈ, ਹੁਕਮ ਅੰਦਰ ਹੀ ਪਵਾਏ ਜਾ ਰਹੇ ਹਨ। ਸੋ ਜੋ ਹੁਕਮ ਨੂੰ ਨਹੀਂ ਸਮਝਦਾ ਉਸ ਲਈ ਤਾਂ ਸੁੱਖ ਵੀ ਦੁੱਖ ਹੈ ਤੇ ਦੁੱਖ ਵੀ ਦੁੱਖ, ਪਰ ਜੋ ਹੁਕਮ ਨੂੰ ਗੁਰਪ੍ਰਸਾਦ ਦੁਆਰਾ ਜਾਣ ਲੈਂਦਾ ਹੈ ਉਹ ਸੁੱਖ ਦੁੱਖ ਤੋਂ ਉੱਪਰ ਹੋ ਜਾਂਦਾ ਹੈ। ਉਸ ਨੂੰ ਕਿੱਥੇ ਰੱਖਿਆ ਕੋਈ ਪਰਵਾਹ ਨਹੀਂ, ਬਸ ਰੱਬ ਨਾਲ ਹੈ, ਇੰਨਾ ਹੀ ਕਾਫੀ ਹੈ।
ਸੋ ਜਿਵੇਂ ਕਿ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਵੀ ਪੜ੍ਹੇ ਹਨ ਅਤੇ ਜਾਣਿਆ ਹੈ ਕਿ ਗੁਰੂ ਸਾਹਿਬਾਨਾਂ ਨੇ ਕਿੰਨੇ ਤਸੀਹੇ ਸਹੀ ਹਨ, ਪਰ ਉਹਨਾਂ ਕਦੇ ਰੱਬ ਦੇ ਹੁਕਮ ਤੇ ਸ਼ੱਕ ਨਹੀਂ ਕੀਤਾ, ਬਲਕਿ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ। ਹੁਕਮ ਹੁੰਦਾ ਹੀ ਮਿੱਠਾ ਹੈ, ਬਸ ਸਮਝ ਨਾ ਹੋਣ ਕਰਕੇ ਮਾੜਾ ਲੱਗਦਾ ਹੈ। ਗੁਰੂ ਸਾਹਿਬ ਇਸ ਤੋਂ ਬਾਅਦ ਇਹ ਗੱਲ ਪੱਕੇ ਤੌਰ ਤੇ ਸਾਨੂੰ ਸਮਝਾ ਰਹੇ ਹਨ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਭਾਵ ਕਿ ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ। ਕੋਈ ਜੀਵ ਹੁਕਮ ਤੋਂ ਬਾਹਰ ਭਾਵ ਹੁਕਮ ਤੋਂ ਆਕੀ ਨਹੀਂ ਹੋ ਸਕਦਾ। ਜੇ ਕੋਈ ਇਹ ਸੋਚੇ ਕਿ ਮੈਂ ਹੁਕਮ ਨੂੰ ਨਹੀਂ ਜਾਣਦਾ, ਮੈਂ ਨਹੀਂ ਮੰਨਦਾ, ਇਸ ਨਾਲ ਇਹ ਸਾਬਤ ਨਹੀਂ ਹੋ ਜਾਂਦਾ ਕਿ ਹੁਕਮ ਤੋਂ ਬਾਹਰ ਹੋ ਗਿਆ। ਹੁਕਮ ਤਾਂ ਸਾਰੇ ਸੰਸਾਰ ਅੰਦਰ ਚੱਲ ਹੀ ਰਿਹਾ। ਇਹ ਜਗਤ ਦਾ ਨਿਯਮ ਹੈ, ਇਸ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਫਰਕ ਸਿਰਫ ਇੰਨਾ ਹੈ ਕਿ ਜੋ ਹੁਕਮ ਦੇ ਨਾਲ ਚੱਲਦਾ ਹੈ, ਜੋ ਸਮਝਦਾ ਹੈ, ਉਹ ਜ਼ਿੰਦਗੀ ਨੂੰ ਆਨੰਦ ਵਿੱਚ ਗੁਜ਼ਾਰਦਾ ਹੈ, ਭਾਵੇਂ ਜ਼ਿੰਦਗੀ ਕਿੰਨੀ ਵੀ ਔਖੀ ਕਿਉਂ ਨਾ ਹੋਵੇ। ਅਸੀਂ ਦੇਖਦੇ ਹਾਂ ਕਿ ਕਈ ਤਰ੍ਹਾਂ ਦੇ ਅਪਾਹਜ ਵੀ ਦੁਨੀਆ ਦੇ ਅੰਦਰ ਬੜਾ ਨਾਮ ਖੱਟਦੇ ਹਨ, ਕਿਉਂਕਿ ਉਹਨਾਂ ਨੇ ਆਪਣੀ ਕਮਜ਼ੋਰੀ ਨੂੰ ਕਮਜ਼ੋਰੀ ਨਹੀਂ ਸਮਝਿਆ, ਬਲਕਿ ਉਸ ਨੂੰ ਆਪਣੀ ਤਾਕਤ ਬਣਾਇਆ। ਅਤੇ ਇਸ ਤੋਂ ਉਲਟ ਜੋ ਹੁਕਮ ਤੋਂ ਉਲਟ ਚੱਲਣ ਦੀ ਕੋਸ਼ਿਸ਼ ਕਰਦੇ ਹਨ, ਉਹ ਆਪਣੇ ਆਪ ਹੀ ਦੁੱਖ ਸਹੇੜ ਲੈਂਦੇ ਹਨ। ਗੁਰੂ ਪਿਆਰੋ, ਇਹ ਨਾ ਸਮਝਣਾ ਕਿ ਗੁਰੂ ਸਾਹਿਬ ਸਾਨੂੰ ਕੋਈ ਸਜ਼ਾ ਸੁਣਾ ਰਹੇ ਹਨ ਕਿ ਤੁਹਾਨੂੰ ਹੁਕਮ ਮੰਨਣਾ ਹੀ ਪੈਣਾ ਹੈ। ਇਹ ਮੰਨਣ ਤੋਂ ਵੱਧ ਸਮਝਣ ਵਾਲੀ ਗੱਲ ਹੈ। ਜਿਵੇਂ ਕਿਸੇ ਦੇਸ਼ ਦਾ ਕਾਨੂੰਨ ਹੈ, ਨਿਯਮ ਹੈ, ਜੇ ਅਸੀਂ ਉਸ ਅਨੁਸਾਰ ਚੱਲਦੇ ਹਾਂ ਤਾਂ ਨਾ ਸਿਰਫ ਆਪਣਾ ਭਲਾ ਕਰਦੇ ਹਾਂ, ਬਲਕਿ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਸੌਖਿਆ ਕਰ ਦਿੰਦੇ ਹਾਂ। ਪਰ ਰੱਬੀ ਹੁਕਮ ਤਾਂ ਇਸ ਤੋਂ ਵੀ ਵਧੀਆ ਹੈ, ਸੌਖਾ ਹੈ, ਪਿਆਰਾ ਹੈ, ਜੋ ਸਾਰਿਆਂ ਲਈ ਬਰਾਬਰ ਹੈ। ਇਸ ਲਈ ਜਦ ਅਸੀਂ ਹੁਕਮ ਨੂੰ ਸਮਝ ਕੇ ਚੱਲਦੇ ਹਾਂ ਤਾਂ ਆਪਣਾ ਜੀਵਨ ਤਾਂ ਸੁਧਾਰਦੇ ਹੀ ਹਾਂ, ਨਾਲ ਦੇ ਨਾਲ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਅਤੇ ਇਸ ਕੁਦਰਤ ਨੂੰ ਵੀ ਸੰਵਾਰਦੇ ਹਾਂ। ਉਹਨਾਂ ਨੂੰ ਵੀ ਇਸ ਦਾ ਲਾਭ ਹੁੰਦਾ ਹੈ। ਅਤੇ ਗੁਰੂ ਸਾਹਿਬ ਇਸ ਪੌੜੀ ਦੇ ਅਖੀਰ ਤੇ ਫਰਮਾਉਂਦੇ ਹਨ ਕਿ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਇ। ਹੇ ਨਾਨਕ, ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲੇ ਤਾਂ ਫਿਰ ਉਹ ਸਵਾਰਥ ਦੀਆਂ ਗੱਲਾਂ ਨਹੀਂ ਕਰਦਾ, ਭਾਵ ਫਿਰ ਉਹ ਸਵਾਰਥੀ ਜੀਵਨ ਛੱਡ ਦਿੰਦਾ ਹੈ। ਉਸ ਦਾ ਜੀਵਨ ਸਦਾ ਲਈ ਬਦਲ ਜਾਂਦਾ ਹੈ। ਉਸ ਦਾ ਜੀਵਨ ਇੰਜ ਹੋ ਜਾਂਦਾ ਜਿਵੇਂ ਪਾਣੀ ਵਿੱਚ ਆਪ ਮੁਹਾਰੇ ਚੱਲਦੀ ਹੋਈ ਬੇੜੀ, ਜਿਸ ਨੂੰ ਚਲਾਉਣ ਦੀ ਲੋੜ ਨਹੀਂ, ਜੋ ਆਪ ਹੀ ਪਾਣੀ ਦੇ ਵਹਾਅ ਨਾਲ ਸਹੀ ਪਾਸੇ ਵੱਲ ਤੁਰੀ ਜਾਂਦੀ ਹੈ। ਜੇ ਰਸਤੇ ਵਿੱਚ ਤੂਫਾਨ ਵੀ ਆਏ ਤਾਂ ਘਬਰਾਉਣ ਦੀ ਲੋੜ ਨਹੀਂ ਪੈਂਦੀ। ਜਦ ਰਸਤੇ ਸਹੀ ਹੋਵਨ, ਸਾਥੀ ਸਹੀ ਹੋਵੇ ਤਾਂ ਹਰ ਮੁਸ਼ਕਲ ਹੱਸਦੇ ਹੱਸਦੇ ਸਰ ਹੋ ਜਾਂਦੀ ਹੈ। ਮਨ ਆਪਣੇ ਆਪ ਮੰਜ਼ਿਲ ਵੱਲ ਤੁਰਿਆ ਜਾਂਦਾ ਹੈ। ਸੋ ਗੁਰੂ ਪਿਆਰੋ, ਇਹ ਸੀ ਦੂਜੀ ਪੌੜੀ ਜਿਸ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਕਿ ਹੁਕਮ ਨੂੰ ਸਮਝਣਾ ਜ਼ਰੂਰੀ ਹੈ। ਜ਼ਿੰਦਗੀ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਜੇ ਕੋਈ ਦੁੱਖ ਆ ਰਿਹਾ ਹੈ, ਸੁੱਖ ਆ ਰਿਹਾ ਹੈ, ਬਖਸ਼ਿਸ਼ ਹੋ ਰਹੀ ਹੈ, ਕੋਈ ਮੁਸ਼ਕਲ ਆ ਰਹੀ ਹੈ, ਕੁਝ ਵੀ ਹੋ ਰਿਹਾ ਤਾਂ ਉਹ ਹੁਕਮ ਅੰਦਰ ਹੈ। ਪਰ ਇੱਥੇ ਦੋ ਗੱਲਾਂ ਚੇਤੇ ਰੱਖਣ ਵਾਲੀਆਂ ਹਨ। ਪਹਿਲੀ ਇਹ ਕਿ ਜੋ ਜੀਵਨ ਵਿੱਚ ਹੋ ਰਿਹਾ, ਜੇ ਤਾਂ ਹੁਕਮ ਨੂੰ ਸਮਝ ਲਈਏ ਕਿ ਇਹ ਤਾਂ ਰੱਬੀ ਹੁਕਮ ਹੈ, ਫਿਰ ਮਨ ਸੁੱਖ ਹੋਵੇ ਜਾਂ ਦੁੱਖ, ਦੋਵੇਂ ਹਾਲਾਤਾਂ ਅੰਦਰ ਠੰਡਾ ਰਹਿੰਦਾ, ਸਬਰ ਸੰਤੋਖ ਵਿੱਚ ਰਹਿੰਦਾ। ਇਹ ਹੁਕਮ ਨੂੰ ਸਮਝਣ ਦਾ ਲਾਭ ਹੈ। ਦੂਜੀ ਗੱਲ, ਜੇ ਹੁਕਮ ਨਾ ਸਮਝੀਏ ਤਾਂ ਜ਼ਿੰਦਗੀ ਵਿੱਚ ਆਉਣ ਵਾਲੇ ਸੁੱਖ ਦੁੱਖ ਦੇ ਕਾਰਨ ਮਨ ਵਿਗੜ ਵੀ ਸਕਦਾ ਹੈ। ਕਿਉਂ? ਕਿਉਂਕਿ ਹੁਕਮ ਦੀ ਸਮਝ ਨਹੀਂ ਹੈ, ਜਿਸ ਕਾਰਨ ਉਹ ਦੁੱਖ ਕਾਰਨ ਦੁਖੀ ਹੋ ਜਾਂਦਾ ਹੈ, ਜਿਸ ਕਰਕੇ ਉਹ ਬੁਰੇ ਤੋਂ ਬੁਰਾ ਕੰਮ ਕਰ ਜਾਂਦਾ ਹੈ, ਜਿਸ ਬਾਰੇ ਕਹਿਣਾ ਵੀ ਇਸ ਵੇਲੇ ਸਹੀ ਨਹੀਂ। ਬਸ ਇੰਨਾ ਕਿਹਾ ਜਾ ਸਕਦਾ ਹੈ ਕਿ ਜੇ ਹੁਕਮ ਨੂੰ ਨਾ ਸਮਝਿਆ ਜਾਏ ਤਾਂ ਉਹ ਹਰ ਜ਼ੁਲਮ ਕਰ ਜਾਂਦਾ ਹੈ। ਕਿਸ ਲਈ? ਸਿਰਫ ਦੁੱਖ ਦੂਰ ਕਰਨ ਲਈ, ਸਿਰਫ ਮਨ ਦੇ ਵਿਕਾਰਾਂ ਦੀ ਪੂਰਤੀ ਲਈ, ਹੰਕਾਰ ਲਈ। ਅਤੇ ਐਦਾਂ ਵੀ ਨਹੀਂ ਕਿ ਜੇ ਕੋਈ ਪਾਪੀ ਬਣ ਗਿਆ ਜਾਂ ਦੁਰਾਚਾਰੀ ਬਣ ਗਿਆ ਜਾਂ ਕਿੰਨਾ ਵੀ ਬੁਰਾ ਬਣ ਗਿਆ ਤਾਂ ਉਹ ਹੁਕਮ ਤੋਂ ਬਾਹਰ ਹੋ ਗਿਆ। ਨਹੀਂ, ਜੋ ਜ਼ਿੰਦਗੀ ਵਿੱਚ ਹੋਣਾ ਹੈ ਉਹ ਤਾਂ ਹੋਣਾ ਹੀ ਹੈ, ਭਾਵੇਂ ਕੋਈ ਚੰਗਾ ਹੈ ਜਾਂ ਮਾੜਾ, ਹਰੇਕ ਦੇ ਜੀਵਨ ਵਿੱਚ ਉਹ ਸਭ ਹੋਣਾ ਹੀ ਹੋਣਾ। ਪਰ ਬੇਹੁਕਮਾ ਹੋਣ ਕਰਕੇ ਮਨ ਵਿਕਾਰੀ ਬਣ ਜਾਂਦਾ ਹੈ। ਜਿਵੇਂ ਹੁਕਮ ਵਿੱਚ ਰਹਿਣ ਵਾਲਾ ਬਾਕੀਆਂ ਦੀ ਜ਼ਿੰਦਗੀ ਸੰਵਾਰਦਾ ਹੈ, ਇਸ ਤੋਂ ਉਲਟ ਹੁਕਮ ਨਾ ਸਮਝਣ ਵਾਲਾ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਵਿਗਾੜ ਪੈਦਾ ਕਰ ਦਿੰਦਾ ਹੈ ਅਤੇ ਸਭ ਤੋਂ ਵੱਧ ਉਹ ਆਪਣਾ ਨੁਕਸਾਨ ਕਰਦਾ ਹੈ। ਇਸ ਲਈ ਹੁਕਮ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਣ ਦੀ, ਜਿਉਣ ਦੀ ਬਹੁਤ ਲੋੜ ਹੈ, ਤਾਂ ਜੋ ਅਸੀਂ ਹਨੇਰੇ ਦੇ ਨਹੀਂ, ਚਾਨਣ ਦੇ ਸਾਥੀ ਬਣ ਸਕੀਏ, ਸੱਚ ਦੇ ਸਾਥੀ ਬਣ ਸਕੀਏ, ਆਪਣਾ ਸਵਾਰਥੀ ਜੀਵਨ ਛੱਡ ਕੇ ਸਚਿਆਰਾ ਜੀਵਨ ਜੀ ਸਕੀਏ। ਇਸ ਤੋਂ ਬਾਅਦ ਤੀਜੀ ਪੌੜੀ ਵਿੱਚ ਹੁਕਮ ਬਾਰੇ ਹੋਰ ਵੀ ਵਿਸਥਾਰ ਹੈ ਅਤੇ ਨਾਲ ਹੀ ਗੁਰੂ ਸਾਹਿਬ ਤੀਜੀ ਪੌੜੀ ਵਿੱਚ ਇਹ ਵੀ ਸਮਝਾਉਂਦੇ ਹਨ ਕਿ ਇਸ ਜਗਤ ਅੰਦਰ ਕਿਸ ਤਰ੍ਹਾਂ ਦੇ ਭਗਤ ਜਨ ਹਨ, ਕਿਵੇਂ ਵੱਖ-ਵੱਖ ਲੋਕ ਅਤੇ ਹੋਰ ਧਰਮਾਂ ਦੇ ਲੋਕ ਵੱਖ-ਵੱਖ ਤਰੀਕਿਆਂ ਨਾਲ ਨਾਮ ਜਪ ਰਹੇ ਹਨ,
ਗਾ ਰਹੇ ਹਨ ਉਹਨਾਂ ਬਾਰੇ ਗੁਰੂ ਸਾਹਿਬ ਨੇ ਫਰਮਾਇਆ ਹੈ, ਜਿਸ ਦੀ ਵਿਚਾਰ ਅਗਲੀ ਵੀਡੀਓ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਕਰਾਂਗੇ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।